सुरेश। एक ਹੁੰਦਾ 2D ਤੇ ਇੱਕ ਹੁੰਦਾ 3D। ठीक है 2D ਦੇ ਵਿੱਚ ਤਾਂ ਆਪਣੇ ਆ ਜਾਂਦੇ ਜਿਵੇਂ ਸਕੁਅਰ ਹੋ ਗਿਆ, ਰੈਕਟੈਂਗਲ ਹੋ ਗਿਆ ਤੇ ਆਪਣਾ ਹੋਰ ਹੋ ਗਿਆ ਟ੍ਰਾਇੰਗਲ ਹੋ ਗਿਆ, ਸਰਕਲ ਹੋ ਗਿਆ। ਠੀਕ ਹੈ ਤੇ 3D ਦੇ ਵਿੱਚ ਆਪਣੇ ਕਿਊਬ ਹੋ ਗਏ, ਸਿਲੰਡਰ ਹੋ ਗਏ, ਉਹਨਾਂ ਨੂੰ ਕੀ ਗੱਲ ਕਰਦੇ ਹਾਂ। ਠੀਕ ਹੈ ਤਾਂ ਆਪਾਂ ਅੱਜ 2D ਦੇ ਬਾਰੇ ਗੱਲ ਕਰਾਂਗੇ, ਬਿਲਕੁਲ ਬੇਸਿਕ ਨਾਲ। ਸਟਾਰਟਿੰਗ ਕਿਵੇਂ ਹੋਈ ਜਾਂਦੀ ਤਾਂ ਸਾਰਿਆਂ ਨਾਲੋਂ ਪਹਿਲਾਂ ਆਪਾਂ ਨੂੰ ਜਦੋਂ ਵੀ ਆਪਾਂ ਮੈਂਸੂਰੇਸ਼ਨ ਪੜਾਂਗੇ ਤਾਂ ਸਾਰਿਆਂ ਨਾਲੋਂ ਪਹਿਲਾਂ ਆਪਣੇ ਕੋਲ ਕੀ ਆਉਂਦਾ ਹੈਗਾ, ਆਪਣੇ ਕੋਲ ਆਉਂਦਾ ਪੁਆਇੰਟ। ਪੁਆਇੰਟ ਕੀ ਹੁੰਦਾ? पोजीशन ऑफ किसी चीज। कोई भी निका है कि बिंदु है उन्होंने ਆਪਾਂ ਕਹਿ ਦਿੰਦੇ ਆ ਪੁਆਇੰਟ ਕਹਿੰਦੇ। ਠੀਕ ਹੈ ਪੁਆਇੰਟਸ ਦੇ ਨੂੰ ਜਦੋਂ ਆਪਾਂ ਕਈ ਪੁਆਇੰਟਸ ਨੂੰ ਮਿਲਾਉਂਦੇ ਆ, ਕਈ ਪੁਆਇੰਟਸ ਨੂੰ ਆਪਾਂ ਮਿਲਾਉਂਦੇ ਆ ਤਾਂ ਉਹ ਕੀ ਬਣ ਜਾਂਦਾ ਆਪਣਾ? ਕੀ ਬਣ ਜਾਂਦਾ? ਹੁਣ ਇਹ ਦੱਸੋ ਲਾਈਨ ਦਾ ਕੋਈ ਐਂਡ ਹੈਗਾ ਕਿ ਨਹੀਂ ਹੈਗਾ? नहीं ਲਾਈਨ ਦਾ ਕੋਈ ਐਂਡ ਨਹੀਂ, ਚਾਹੇ ਇਧਰੋਂ ਚਲੇ ਜਾਓ, ਚਾਹੇ ਆਪਣੇ ਰਾਈਟ ਹੈਂਡ ਤੇ ਚਲੇ ਜਾਓ, ਚਾਹੇ ਲੈਫਟ ਹੈਂਡ ਤੇ ਚਲੇ ਜਾਓ, ਆਪਣਾ ਰਾਈਟ ਲਾਈਨ ਦਾ ਕੋਈ ਵੀ ਐਂਡ ਹੈ। ਐਂਡ ਕਿੰਨਾ ਹੁੰਦਾ ਹੈ? ਜਦੋਂ ਮੈਂ ਲਾਈਨ ਦਾ ਕੋਈ ਐਂਡ ਕਰਤਾ, ਲਾਈਨ ਦਾ ਕੋਈ ਐਂਡ ਕਰਤਾ ਉਹ ਕੀ ਹੋਊਗਾ? ਆ ਐਂਡਿੰਗ ਪੁਆਇੰਟ ਨੂੰ ਮੈਂ ਕੀ ਕਹੂੰਗਾ? ਉਹ ਹੁੰਦਾ ਲਾਈਨ ਸੈਗਮੈਂਟ। ਕੀ ਹੁੰਦਾ? ਲਾਈਨ ਸੈਗਮੈਂਟ। ਤਾਂ ਕਦੇ ਵੀ ਜਿਸ ਜਦੋਂ ਆਪਾਂ ਲਾਈਨ ਦਾ ਐਂਡ ਹੋਵੇ ਨਾ ਉਹਨੂੰ ਕਦੇ ਲਾਈਨ ਨਹੀਂ ਕਹਿਣਾ, ਕਦੇ ਲਾਈਨ ਨਹੀਂ, ਕਿਉਂਕਿ ਲਾਈਨ ਦਾ ਕਦੇ ਵੀ ਐਂਡ ਨਹੀਂ ਹੁੰਦਾ। ਤੇ ਇਹ ਕੀ ਹੁੰਦਾ ਹੈਗਾ ਆਪਣਾ? ਲਾਈਨ ਸੈਗਮੈਂਟ। ਕੀ ਹੁੰਦਾ ਹੈਗਾ? ਲਾਈਨ ਸੈਗਮੈਂਟ। ਹੁਣ ਜਦੋਂ ਵੀ ਆਪਾਂ ਦੋ ਲਾਈਨਸ ਨੂੰ ਮਿਲਾ ਲੈਂਦੇ ਹਾਂ, ਕਿੰਨੀਆਂ ਲਾਈਨ? ਦੋ ਲਾਈਨਸ ਨੂੰ ਮਿਲਾ ਲੈਂਦੇ ਹਾਂ। ਮੰਨ ਲਓ ਆਹ ਲਾਈਨ ਹੈਗੀ ਆ ਤਾਂ ਇੱਕ ਲਾਈਨ ਇਹ ਬਣਾ ਲੈਣਾ ਹੈ, ਜਾਂ ਮੇਰੇ ਕੋਲ ਆਹ ਲਾਈਨ ਹੈ ਇਹ ਬਣਾ ਲਈ। ਠੀਕ ਹੈ ਤਾਂ ਜਾਂ ਫਿਰ ਆਪਾਂ ਇਹ ਬਣਾ ਲਈ, ਕੁਛ ਵੀ ਬਣਾ ਲਓ, ਇਹ ਬਣਾ ਲਈ। ਇਹ ਆਪਣੀ ਕੋਈ ਆਪਣੀ ਫਿਗਰ ਨਹੀਂ ਬਣਦੀ, ਬਟ ਇਹ ਕੀ ਹੈਗੀ ਹੈ? ਇੱਕ ਓਪਨ, ਆਪਾਂ ਓਪਨ ਫਿਗਰ ਕਹਿ ਸਕਦੇ ਹਾਂ ਜਿਹੜੀ ਖੁੱਲੀ ਹੈ। ਠੀਕ ਹੈ ਤਾਂ ਕਦੇ ਵੀ ਦੋ ਨਾਲ ਪਹਿਲਾਂ ਆਪਣਾ ਕੀ ਨਹੀਂ ਬਣਦਾ, ਕੋਈ ਵੀ ਆਪਣੀ ਸ਼ੇਪ ਨਹੀਂ ਬਣਦੀ। ਦੋ ਨਾਲ ਕੋਈ ਵੀ ਸ਼ੇਪ ਨਹੀਂ ਬਣਦੀ। ਸ਼ੇਪ ਬਣਾਉਣ ਵਾਸਤੇ ਮਿਨੀਮਮ ਕਿੰਨੀਆਂ ਆਪਾਂ ਨੂੰ ਚਾਹੀਦੀਆਂ? ਤਿੰਨ ਚਾਹੀਦੀਆਂ। ਕਿੰਨੀਆਂ ਚਾਹੀਦੀਆਂ? ਵੈਸੇ ਆਪਾਂ ਜੇ ਨਾਰਮਲੀ ਦੇਖੀਏ ਆ ਕਿੰਦਾ ਸਾਈਨ ਹੁੰਦਾ? ਐਂਗਲ ਦਾ ਸਾਈਨ ਹੁੰਦਾ, ਕਿਉਂਕਿ ਐਂਗਲ ਆਪਣਾ ਦੋ ਲਾਈਨਸ ਤੋਂ ਮਿਲ ਕੇ ਬਣਿਆ, ਤਾਂ ਕਰਕੇ ਇਹ ਕੀ ਹੈਗਾ ਆਪਣਾ ਐਂਗਲ ਦਾ ਸਾਈਨ। ਹੁਣ ਜਦੋਂ ਆਪਾਂ ਕੋਈ ਵੀ ਤਿੰਨ ਮਿਨੀਮਮ ਤਿੰਨ ਆਪਾਂ ਸ਼ੇਪ ਨੂੰ ਬਣਾ ਦਿੰਦੇ, ਤਿੰਨ ਲਾਈਨਸ ਨੂੰ ਐਡ ਕਰ ਦਿੰਦੇ ਹਾਂ, ਤਿੰਨ ਲਾਈਨਸ ਨੂੰ ਐਡ ਕਰ ਦਿੰਦੇ ਆ ਤਾਂ ਆਪਣੀ ਕੋਈ ਨਾ ਕੋਈ ਸ਼ੇਪ ਕ੍ਰੀਏਟ ਹੋ ਜਾਂਦੀ। ਮਿਨੀਮਮ ਤਿੰਨ ਲਾਈਨ, ਘੱਟੋ ਘੱਟ ਤਿੰਨ ਲਾਈਨ, ਤਿੰਨ ਤੋਂ ਵੱਧ ਵੀ ਹੋ ਸਕਦੀ, ਚਾਰ ਵੀ ਹੋ ਸਕਦੀਆਂ, ਪੰਜ ਵੀ ਹੋ ਸਕਦੀਆਂ, 6 ਵੀ ਹੋ ਸਕਦੀਆਂ, 7 ਵੀ ਹੋ ਸਕਦੀਆਂ। ਹਰੇਕ ਨੂੰ ਅਲੱਗ-ਅਲੱਗ ਨਾਮ ਦਿੱਤਾ ਹੈ। ਤਿੰਨ ਵਾਲੇ ਨੂੰ ਜਿਵੇਂ ਆਪਾਂ ਕਹਿੰਦੇ ਟ੍ਰਾਇੰਗਲ ਕਹਿ ਦਿੰਦੇ ਹਾਂ, ਚਾਰ ਵਾਲੀ ਨੂੰ ਸਕੁਅਰ ਵੀ ਕਹਿ ਦਿੰਦੇ ਹਾਂ, ਰੈਕਟੈਂਗਲ ਵੀ ਕਹਿ ਦਿੰਦੇ ਹਾਂ, ਹੋਰ ਵੀ ਕਈ ਹੁੰਦੀ ਹੈਗੀ। ਆਪਾਂ ਜਿਵੇਂ ਆਪਾਂ ਕਰਾਂਗੇ ਉਵੇਂ ਦੇਖਾਂਗੇ। ਪੰਜ ਵਾਲੇ ਨੂੰ ਪੈਂਟਾਗਨ ਕਹਿ ਦਿੰਦੇ ਹਾਂ, 6 ਵਾਲੇ ਨੂੰ ਹੈਗਜ਼ਾਗਨ ਕਹਿ ਦਿੰਦੇ ਹੈਗੇ। ਅਲੱਗ-ਅਲੱਗ ਸ਼ੇਪਸ ਹੁੰਦੀਆਂ। ਠੀਕ ਹੈ ਤੇ ਹਰੇਕ ਦੇ ਜਿਹੜੇ ਕੋਣ ਹੁੰਦੇ ਆ ਨਾ ਉਹਨਾਂ ਨੂੰ ਮੇਜ਼ਰ ਕਰਨ ਦੀ ਟੋਟਲ ਜਿਹੜਾ ਹੁੰਦਾ ਹੈਗਾ, ਟੋਟਲ ਉਹਨਾਂ ਦੇ ਕੋਣ ਦਾ ਉਹਨੂੰ ਮੇਜ਼ਰ ਕਰਨ ਦਾ ਅਲੱਗ ਵੇ ਹੁੰਦਾ, ਉਹ ਵੀ ਦੱਸਦਾ ਮੈਂ ਅਗਲੇ ਤੇ। ਪਹਿਲਾਂ ਇੰਨੀ ਗੱਲ ਸਮਝੇ ਪੁਆਇੰਟ ਤੋਂ ਕੀ ਬਣੇ? ਪੁਆਇੰਟ ਸੀ ਸਾਡਾ ਪੁਆਇੰਟ ਪਹਿਲਾਂ ਕੀ ਹੈਗਾ ਆਪਣਾ? ਜਦੋਂ ਕਈ ਪੁਆਇੰਟਸ ਨੂੰ ਮਿਲਾ ਦਿੱਤਾ ਗਿਆ ਤਾਂ ਆਪਣੀ ਕੀ ਬਣ ਗਈ? ਲਾਈਨ। ਜੋ ਲਾਈਨਸ ਦਾ ਆਪਾਂ ਐਂਡ ਕਰਾਂਗੇ, ਐਂਡ ਨੂੰ ਕੀ ਕਹਾਂਗੇ? ਲਾਈਨ ਸੈਗਮੈਂਟ ਕਹਾਂਗੇ। ਜੋ ਦੋ ਲਾਈਨਸ ਨੂੰ ਮਿਲਾਤਾ ਉਹ ਕੀ ਬਣੂਗਾ ਆਪਣਾ? ਓਪਨ ਫਿਗਰ ਬਣੂਗੀ, ਇੱਕ ਤਰ੍ਹਾਂ ਦੀ ਕਲੋਜ਼ ਨਹੀਂ ਹੋਣੀ ਉਹ। ਠੀਕ ਹੈ ਇੱਕ ਪਾਸੋਂ ਖੁੱਲੀ ਹੋਊਗੀ, ਦੋ ਪਾਸੋਂ ਬੰਦ ਹੋਊਗੀ। ਤੇ ਜਦੋਂ ਆਪਾਂ ਗੱਲ ਕਰਾਂਗੇ ਮਿਨੀਮਮ ਤਿੰਨ ਲਾਈਨਸ ਨੂੰ ਮਿਲਾਵਾਂਗੇ ਉਦੋਂ ਆਪਣੀ ਕੀ ਬਣੂ? ਕੋਈ ਨਾ ਕੋਈ ਸ਼ੇਪ ਬਣੂਗੀ, ਕੋਈ ਨਾ ਕੋਈ ਆਪਣਾ। ਠੀਕ ਹੈ ਮਿਨੀਮਮ ਤਿੰਨ ਵੀ ਹੋ ਸਕਦੇ, ਚਾਰ ਵੀ ਹੋ ਸਕਦੇ, ਪੰਜ ਵੀ ਹੋ ਸਕਦੇ, 6 ਵੀ ਹੋ ਸਕਦੇ, 7 ਵੀ ਹੋ ਸਕਦੇ, ਡਿਪੈਂਡ ਕਰੂਗਾ ਕੁਐਸਚਨ ਤੇ। ਇਹਦੇ ਵਿੱਚ ਕੁਐਸਚਨ ਨੋਟ ਕਰਨਾ ਕਿਸੇ ਨੇ? ਇਹ ਰਹਿ ਲੋ ਇੰਨਾ ਇਹ ਨਹੀਂ ਆਉਂਦਾਗਾ, ਜ਼ਿਆਦਾ ਇੱਥੇ ਬਣਦਾ ਹੈਗਾ ਆਪਣੇ ਕੋਲ। टू 270 डिग्री ਦਾ ਕਿੰਨੇ ਡਿਗਰੀ ਦਾ ਹੁੰਦਾ? ਮੇਨਲੀ ਆਪਣੇ ਕੋਲ ਇਹ ਐਂਗਲ ਯੂਜ਼ ਹੁੰਦੇ, ਮੇਨਲੀ ਆਪਣੇ ਇਹ ਸਾਰੇ ਐਂਗਲ ਯੂਜ਼ ਹੁੰਦੇ। ਤਾਂ
ਤਾਂ ਇਹਨਾਂ ਐਂਗਲਸ ਨੂੰ ਨਾਮ ਕੀ ਦਿੱਤਾ ਗਿਆ ਹੈ? ਸਾਰਿਆਂ ਨਾਲੋਂ ਪਹਿਲਾਂ ਲਿਖਾਂਗੇ ਆਪਾਂ ਐਕਿਊਟ ਐਂਗਲ। acute angle acute angle ਹੁੰਦਾ ਹੈ ਜਿਹੜਾ ਤਾਂ 0 ਡਿਗਰੀ ਤੋਂ ਵੱਡਾ ਹੁੰਦਾ ਹੈ ਪਰ 90 ਡਿਗਰੀ ਤੋਂ ਕੀ ਹੁੰਦਾ ਹੈ ਛੋਟਾ ਹੁੰਦਾ ਹੈ। 0 ਡਿਗਰੀ ਤੋਂ ਕੀ ਹੁੰਦਾ ਹੈ ਵੱਡਾ ਹੁੰਦਾ ਹੈ ਤੇ 90 ਡਿਗਰੀ ਤੋਂ ਕੀ ਹੁੰਦਾ ਹੈ ਛੋਟਾ ਹੁੰਦਾ ਹੈ। ਉਸ ਤੋਂ ਬਾਅਦ ਆ ਗਿਆ ਰਾਈਟ ਐਂਗਲ ਟ੍ਰਾਇੰਗਲ। ਕਿੰਨੇ ਡਿਗਰੀ ਦਾ ਹੋਊਗਾ? ਜਿਹੜਾ ਇਕੁਅਲ ਹੁੰਦਾ 90 ਡਿਗਰੀ। ਕਿੰਨੇ ਇਕੁਅਲ ਹੁੰਦਾ 90 ਡਿਗਰੀ। फिर आ गया अपने को ऑब्ट्यूज एंगल। ऑब्ट्यूज एंगल ऑब्ट्यूज एंगल एक ही होता है 90 तो बड़ा होता है बट कितने तो छोटा होता है 180 तो छोटा होता है 180 तो छोटा होता है। फिर आ गया अपने को स्ट्रेट एंगल। स्ट्रेट तो समझते हो स्ट्रेट लाइन ते है की है स्ट्रेट लाइन ते की है 180 डिग्री। कितने डिग्री दा 180 डिग्री दा। एक हुंदा रिफ्लेक्शन। रिफ्लेक्स एंगल कितना हुंदा है 180 तो ता बड़ा हुंदा है पर 360 तो देखो ਹੁਣ ਜਿਵੇਂ 30 ਡਿਗਰੀ ਤੇ 60 ਡਿਗਰੀ ਆਇਆ ਸੀ ਇਹ ਕਿਹੜੇ ਹੈਗੇ ਆਪਣੇ ਅਕਿਊਟ ਐਂਗਲ ਹੈ। ਕਿਹੜੇ ਹੈਗੇ ਦੋਵੇਂ ਅਕਿਊਟ ਐਂਗਲ ਹੈ। 90 डिग्री किसी का अपना राइट एंगल 120 कितने ਵਿੱਚ ਆ ਗਿਆ ਆਪਣਾ ऑब्ट्यूज ਦੇ ਵਿੱਚ ਆ ਗਿਆ। 180 ਕਿੱਥੇ ਆ ਗਿਆ स्ट्रेट ਤੇ ਆ ਕਿੰਨੇ ਤੇ ਆ ਗਿਆ ਮਤਲਬ ਕਿ ਅਲੱਗ-ਅਲੱਗ ਤਰ੍ਹਾਂ ਦੇ ਐਂਗਲ ਹੁੰਦੇ ਆ। ਜੇ ਅਕਿਊਟ ਐਂਗਲ ਦੀ ਗੱਲ ਕਰਾਂਗੇ 0 ਤੋਂ ਲੈ ਕੇ 90 ਡਿਗਰੀ ਕੁਝ ਵੀ ਉਸਕੇ 10 20 30 35 40 50 ਪਰ 90 ਤੋਂ ਛੋਟਾ ਹੋਵੇ 0 ਤੋਂ ਵੱਡਾ ਉਹ ਸਾਰੇ ਕਿਹਦੇ ਵਿੱਚ ਆਣਗੇ ਆਪਣੇ ਅਕਿਊਟ ਦੇ ਵਿੱਚ ਆ। ਉਸ ਤੋਂ ਬਾਅਦ ਰਾਈਟ ਐਂਗਲ ਟ੍ਰਾਇੰਗਲ ਜਿਹੜਾ 90 ਡਿਗਰੀ ਦਾ ਆਪਣਾ ਕੋਣ ਬਣਦਾ ਉਹ ਕੀ ਹੈਗਾ ਆਪਣਾ ਰਾਈਟ ਐਂਗਲ ਟ੍ਰਾਇੰਗਲ। ਉਸ ਤੋਂ ਬਾਅਦ ऑब्ट्यूज ਦਾ ਮਤਲਬ ਕਿੰਨਾ 90 ਤੋਂ ਵੱਧ ਹੈ 180 ਤੋਂ ਘੱਟ ਹੈ। 90 ਤੋਂ ਵੱਧ ਮਤਲਬ ਕਿ 90.5 ਵੀ ਆ ਗਿਆ ਨਾ ਉਹ ਵੀ ਕਿਹੜਾ ਹੈਗਾ ਆਪਣਾ ऑब्ट्यूज ਹੈ। ਤੇ 180 ਤੋਂ ਇੱਕ ਘੱਟ ਵੀ ਆ ਗਿਆ ਉਹ ਵੀ ਆਪਣਾ ਕੀ ਹੈ ऑब्ट्यूज ਹੈ। ਠੀਕ ਹੈ 90 ਤੋਂ ਵੱਡਾ 180 ਤੋਂ ਛੋਟਾ। ਸਟ੍ਰੇਟ ਲਾਈਨ ਜਿਹੜਾ ਇੱਕੋ ਲਾਈਨ ਦੇ ਉੱਤੇ ਆ ਗਿਆ 180 ਡਿਗਰੀ ਦਾ। ਉਸ ਤੋਂ ਬਾਅਦ ਆ ਗਿਆ ਰਿਫਲੈਕਸ ਦਾ ਮਤਲਬ ਹੈਗਾ 180 ਤੋਂ ਵੱਡਾ ਤੇ 360 ਤੋਂ ਛੋਟਾ। ਨੋਟ ਕਰ ਲਓ ਕਿਹਦੇ ਨਾਲ होगा नोट सारा ना इंडिका पता लगी मेरे को देखो ट्रायंगल हो गया उसका जो स्क्वायर हो गया पेंटागन अपना पेंटागन हो गया 5 चीजें 15 लाइन हो गया ठीक है। हेक्सागन हो गया ये और 7 वाली बना ली अपना एक चीज दसूंगा तो
सैप्टागन और भी हो सकता है, ऑक्टागन भी हो सकता है, ठीक है, जिन्ना मर्जी जा सकता है, पर अपन जेडे ज़्यादातर पूछते हेक्सा तक या हेक्सा तक ही रहता है, तो उत्ते नहीं जाता। ਤਾਂ एक गल दसो पहला अपन पता भी ये कितने डिग्री ਦੇ ਬਣਾਉਂਦੇ ਕੋਣ ਜੇ ਇਹਨਾਂ ਦਾ ਟੋਟਲ ਕਰੀਏ ਤਾਂ 180 डिग्री ਜਿਹੜਾ ਟ੍ਰਾਇੰਗਲ ਹੁੰਦਾ ਹੈਗਾ ਇਹ ਕਿੰਨੇ ਡਿਗਰੀ ਦਾ ਕੋਣ ਬਣਾਉਂਦੇ ਆ 360 ਜਿਹੜੇ ਟ੍ਰਾਇੰਗਲ ਹੁੰਦੇ ਨਾ ਇਹਦੇ ਤਿੰਨ ਕੋਣ ਬਣਦੇ ਇੱਕ ਇੱਥੇ ਬਣਦਾ ਇੱਕ ਆਹ ਤੇ ਇੱਕ ਆਹ ਇਹਨਾਂ ਤਿੰਨਾਂ ਦਾ ਟੋਟਲ ਇੱਥੇ ਮੈਂ A B C ਦੇ ਨਾਮ ਦੇ ਐਂਗਲ A plus ਐਂਗਲ B plus ਐਂਗਲ C ਦਾ ਟੋਟਲ ਹੁੰਦਾ 180 ਡਿਗਰੀ ਕਿੰਨਾ ਹੁੰਦਾ 180 ਉਸੇ ਤਰੀਕੇ ਨਾਲ ਹੁਣ ਮੈਂ ਇੱਥੇ ਗੱਲ ਕਰਾਂ ਇੱਥੇ ਮੇਰੇ ਕੋਲ ਚਾਰ ਹੈ ਗਿਆ A B C D मैं चारों का टोटल करा चारों किन्ने किन्ने डिग्री दे देख रहे हो 90 90 डिग्री किन्ने किन्ने 90 90 तो टोटल कितना हो गया A plus B plus C plus D इक्वल टू कितना है 3 ਹੁਣ ਇਹਦਾ ਕਿਵੇਂ ਕੱਢੋਗੇ ਇਹਦਾ ਕਿਵੇਂ ਕੱਢੋਗੇ ਇਹਦਾ ਕਿਵੇਂ ਕੱਢੋਗੇ ਦੱਸ ਸਕਦੇ ਕਿਉਂਕਿ ਆਪਾਂ ਨੂੰ ਪਤਾ ਇੱਕ ਵਾਰ ਹੈ ਨਹੀਂ ਕਿ ਉਹ अलग अलग ਆਪਾਂ ਟੋਟਲ ਕੱਢ ਸਕਦੇ ਟੋਟਲ ਕਿਵੇਂ ਕੱਢਾਂਗੇ ਸੋਚ ਸਕਦੇ उसको पहले ऊपर ट्रायंगल बना लेंगे नीचे वो ले लेना ਇਹ ਕਹਿੰਦਾ ਵਧੀਆ ਤਰੀਕਾ ਦੱਸਣਾ ਤਾਂ ਸਾਈਡਸ ਕਿਨੂੰ ਕਿੰਨੀਆਂ ਇਹਦੇ ਕਿੰਨੇ ਸਾਈਡ ਸੀ 1 2 3 ਤਿੰਨ ਸਾਈਡਾਂ ਸੀ ਸਾਈਡਸ ਨੂੰ ਆਪਾਂ ਨਾਮ ਦੇਵਾਂਗੇ ਕੀ ਦੇਵਾਂਗੇ ਸਾਈਡਸ ਨੂੰ ਆਪਾਂ ਨਾਮ ਦੇਵਾਂਗੇ n ਕੀ ਦੇਵਾਂਗੇ ਤਾਂ ਜਦੋਂ ਵੀ ਆਪਾਂ ਨੂੰ फाइंड करना है कि कोई भी ਜਿਹੜੀ ਸ਼ੇਪ ਦੇ ਰੱਖੀ ਹੈ ਉਹਦੇ ਟੋਟਲ ਕਿੰਨੇ ਡਿਗਰੀ ਦੇ ਐਂਗਲ ਮਾਰ ਰਿਹਾ ਹੈ ਤਾਂ ਉਹਦੇ ਵਾਸਤੇ ਇੱਕ ਨਾਰਮਲ ਜਿਹੀ ਗੱਲ ਫਾਰਮੂਲਾ ਲਿਖ ਲਓ n 2 ਜਿੰਨੀਆਂ ਸਾਈਡਸ ਹੈ ਉਹਦੇ ਚੋਂ 2 ਘਟਾਣਾ ਹੈ ਤੇ ਉਹਨੂੰ ਗੁਣਾ ਕਰਨੀ ਹੈ 180 ਕਿੰਨਾ ਗੁਣਾ ਕਰਨੀ ਹੈ 180 n ਨੂੰ ਚੋਂ ਕਿੰਨਾ ਮਾਈਨਸ ਕਰਨਾ 2 ਮਾਈਨਸ ਕਰਨਾ ਹੈ ਤੇ ਉਹਨੂੰ ਗੁਣਾ ਕਿੰਨੇ ਨਾਲ ਕਰਨੀ ਹੈ 180 ਟਰਾਈ ਕਰੀਏ ਹੁਣ ਦੇਖੋ ਜਿਵੇਂ ਆ ਸੀ ਆਪਣੇ ਕੋਲ ਕਿੰਨੀਆਂ ਸੀਗੀਆਂ 1 2 3 3 ਚ ਦੋਗੇ ਕਿੰਨਾ ਹੁੰਦਾ 3 ਚ ਦੋਗੇ ਕਿੰਨਾ ਹੁੰਦਾ 1 ਨੂੰ 180 ਨਾਲ ਗੁਣਾ ਕਰੂੰਗਾ ਤਾਂ ਕਿੰਨਾ ਆਊਗਾ 180 ਡਿਗਰੀ ਕਿਆ ਸਟਾਪ ਕਰਨਾ ਆਏਗਾ ਸੀ ਹੁਣ ਦੇਖੋ ਆ ਕਿੰਨੀਆਂ ਸੀ ਆਪਣੇ ਕੋਲ 4 n ਚ n ਜਾ ਰਹਾ ਆਪਣਾ 4 ਚ ਦੋਗੇ ਤਾਂ ਕਿੰਨਾ ਰਹੇਗਾ 2 ਨੂੰ 180 ਨਾਲ ਗੁਣਾ ਕਰਾਂਗੇ ਤਾਂ ਆਪਣਾ ਕੀ ਹੋਊਗਾ ਕਿੰਨਾ ਹੋਊਗਾ 360 ਹੁਣ ਆ ਕਿਲੋ ਕਿੰਨੀਆਂ 5 5 ਚੋਂ ਜਦੋਂ ਮੈਂ 3 ਘਟਾਉਂ 5 ਚ 2 ਘਟਾਉਂਗਾ ਕਿੰਨਾ ਰਹਿ ਜੂ 180 ਨਾਲ ਗੁਣਾ ਕਰਾਂਗੇ 3 ਗੁਣਾ 180 ਕਿੰਨਾ ਆਜੂਗਾ ਆਪਣੇ ਕੋਲ 540 ਮਤਲਬ ਅੰਦੀ ਇਹਦੇ ਟੋਟਲ ਕੋਣ ਕਿੰਨੇ ਹੋਣਗੇ 540 ਡਿਗਰੀ ਸਾਰਿਆਂ ਦਾ ਟੋਟਲ 540 ਹੁਣ ਜਿਵੇਂ ਇਹਦੀ ਗੱਲ ਕਰੀ ਕਿੰਨੀ ਸੀ ਕਹਿੰਦੇ 6 ਸੀਗੀਆਂ 6 ਮਾਈਨਸ 2 ਇਨਟੂ 180 ਤਾਂ ਕਿੰਨਾ ਆ ਗਿਆ 720 ਡਿਗਰੀ ਇਹਦਾ ਟੋਟਲ ਕਿੰਨਾ ਹੈਗਾ 720 ਡਿਗਰੀ ਹੁਣ ਇਹਦਾ ਦੇਖੋ ਕਿੰਨੇ ਸੀਗੇ ਇਹ 6 ਹੋ ਗਏ ਸੀ ਨਾ ਆਪਣੇ 7 7 2 ਕਿੰਨਾ ਆ ਗਿਆ 5 ਗੁਣਾ 180 ਡਿਗਰੀ ਕੀ ਕਰਾਂਗੇ 900 ਡਿਗਰੀ ਦਾ ਟੋਟਲ ਆ ਜੋ ਇਹਦੇ ਸਾਰੇ ਆਈ ਗੱਲ ਸਮਝ ਸਕਦੇ ਜਦੋਂ ਵੀ ਆਪਾਂ ਨੂੰ ਕਿਸੇ ਚੀਜ਼ ਦੇ ਆਪਾਂ ਨੂੰ ਕੋਈ ਸ਼ੇਪ ਦੇਤੀ ਉਹਦੀ ਆਪਾਂ ਨੂੰ ਨਹੀਂ ਪਤਾ ਵੀ ਕਿੰਨੇ ਡਿਗਰੀ ਦਾ ਆਪਾਂ ਡਿਗਰੀ ਕਿਵੇਂ ਕੱਢਾਂਗੇ ਜਿੰਨੀਆਂ ਉਹਦੀਆਂ ਸਾਈਡਸ ਹੈਗੀਆਂ ਉਹਦੇ ਚੋਂ ਕਿੰਨਾ ਮਾਈਨਸ ਕਰਨਾ ਹੈ 2 ਮਾਈਨਸ ਕਰਨਾ ਹੈ ਉਹਨੂੰ ਕਿਹਦੇ ਨਾਲ ਮਲਟੀਪਲਾਈ ਕਰਨਾ ਹੈ 180 ਡਿਗਰੀ ਨਾਲ ਮਲਟੀਪਲਾਈ ਕਰਨਾ ਹੈ ਤੁਹਾਡਾ ਕੀ ਆਜੂਗਾ ਉਹ ਪੂਰੀ ਦੀ ਪੂਰੀ ਸ਼ੇਪ ਕਿੰਨੇ ਡਿਗਰੀ ਦੇ ਐਂਗਲਾਂ ਦਾ ਟੋਟਲ ਬਣਾ ਰਹੀ ਹੈ ਇਹ ਕੁਐਸਚਨ ਆਨਸਰ नहीं है कोई नहीं कर नहीं बैठ थोड़ा आगे भी कर सकते हैं आप चेयर ना दीजिए आगे नहीं गल समझ ये हाले आप थोड़ा बेस किया है ਹੁਣ ਆਪਾਂ ਇੱਕ ਸ਼ੇਪ ਵੱਲ ਵਧਾਂਗੇ ਇੱਕ ਸ਼ੇਪ ਦੇਖਦੇ ਜਾਵਾਂਗੇ ਉਹਦੇ ਤੋਂ ਰਿਲੇਟਡ ਕੁਐਸਚਨ ਦੇਖਦੇ ਜਾਵਾਂਗੇ ਫਿਰ ਅਗਲੀ ਸ਼ੇਪ ਦੇਖਾਂਗੇ ਉਹਦੇ ਤੋਂ ਰਿਲੇਟਡ ਕੁਐਸਚਨ ਦੇਖਾਂਗੇ ਕਰਦਾ ਨੂੰ
ਹੁਣ ਇੱਕ ਸ਼ੇਪ ਬਣਾਉਣਾ ਹੈ, ਤੁਸੀਂ ਦੱਸੋ ਕਿਹੜੀ ਸ਼ੇਪ ਆ, ਉਸ ਬਾਰੇ ਆਪਾਂ ਹੁਣ ਪੜਾਂਗੇ। ਕਿਹੜੀ ਸ਼ੇਪ ਹੈਗੀ? ਰੈਕਟੈਂਗਲ ਹੈ। ਕੀ ਹੈਗਾ? ਰੈਕਟੈਂਗਲ, ਜਿਹਨੂੰ ਆਪਾਂ ਹਿੰਦੀ ਵਿੱਚ ਕੀ ਕਹਿ ਦਿੰਦੇ ਆ? ਆਇਤ ਕਹਿੰਦੇ ਆ। ਕੀ ਕਹਿ ਦਿੰਦੇ ਆ? ਆਇਤ। ਹੁਣ ਰੈਕਟੈਂਗਲ ਦੀ ਗੱਲ ਕਰਾਂਗੇ ਜਿਹਨੂੰ, ਜਿਹੜੀ ਰੈਕਟੈਂਗਲ ਦੀ ਲੌਂਗੈਸਟ ਸਾਈਡ ਹੁੰਦੀ ਹੈ ਕੀ ਹੁੰਦੀ ਹੈ? ਲੌਂਗੈਸਟ ਸਾਈਡ। ਸਾਰਾ ਪਹਿਲੀ ਗੱਲ ਉਹਨੂੰ ਕੀ ਨਾਮ ਦੇਵਾਂਗੇ? ਲੈਂਥ। ਕੀ ਦੇਵਾਂਗੇ? ਲੈਂਥ ਲਿਖਾਂਗੇ। ਆ ਜਿਹੜੀ ਲੌਂਗੈਸਟ ਸਾਈਡ ਹੈ ਨਾ, ਸਾਈਡ, ਉਹਨੂੰ ਕੀ ਕਹਾਂਗੇ? ਐਲ ਕਹਾਂਗੇ, ਲੈਂਥ। ਸਮੋਲਰ ਤਾਂ ਉਹਨੂੰ ਕੀ ਕਹਾਂਗੇ? ਲੈਂਥ ਕਹਾਂਗੇ, ਐਲ ਲੈਂਥ। ਜਿਹੜੀ ਆਪਣੀ ਸ਼ੋਰਟੈਸਟ ਹੋਗੀ, ਸ਼ੋਰਟੈਸਟ ਸਾਈਡ ਹੋਗੀ, ਉਹਨੂੰ ਕੀ ਨਾਮ ਦੇਵਾਂਗੇ ਆਪਾਂ? ਤਾਂ ਮਤਲਬ ਕਿ ਆਹ ਵਾਲੀ ਸਾਈਡ ਹੈ ਜਿਹੜੀ ਕੀ ਹੈਗੀ ਹੈ। ਇੱਕ ਹੋਰ ਗੱਲ ਹੈਗੀ ਹੈ, ਜਿਹੜੀਆਂ ਇਹਨਾਂ ਦੀਆਂ ਆਮਣੇ ਸਾਹਮਣੇ ਦੀਆਂ ਭੁਜਾਵਾਂ ਹੁੰਦੀਆਂ ਉਹ ਕੀ ਹੁੰਦੀਆਂ? ਪੈਰਲਲ ਹੁੰਦੀਆਂ। ਕੀ ਹੁੰਦੀਆਂ? ਪੈਰਲਲ। ਪੈਰਲਲ ਦਾ ਮਤਲਬ ਕੀ ਹੁੰਦਾ? ਉਹ ਕਦੇ ਵੀ ਆਪ ਇੱਕ ਦੂਜੇ ਨੂੰ ਕੀ ਨਾ ਕੱਟਦੀਆਂ ਨਹੀਂ, ਇੰਟਰਸੈਕਟ ਨਹੀਂ ਕਰਦੀਆਂ, ਕਦੇ ਵੀ ਇੱਕ ਦੂਜੇ ਨੂੰ ਨਹੀਂ ਕੱਟ ਸਕਦੀਆਂ, ਪੈਰਲਲ ਰਹਿਣਗੀਆਂ, ਸੇਮ ਉਸੇ ਡਿਸਟੈਂਸ ਤੇ ਰਹਿਣਗੀਆਂ। ਜੇ ਇਹਦੇ ਵਿੱਚ ਹੁਣ x ਡਿਸਟੈਂਸ ਹੈ ਤਾਂ ਇੱਥੇ ਵੀ x ਹੋਊਗਾ, ਇੱਥੇ ਵੀ x ਹੋਊਗਾ, ਸਾਰੀ ਜਗ੍ਹਾ ਤੇ ਕੀ ਹੋਊਗਾ? ਸੇਮ ਡਿਸਟੈਂਸ ਹੋਊਗਾ। ਉਹਨਾਂ ਦਾ ਡਿਸਟੈਂਸ ਵਿੱਚ ਦਾ ਡਿਸਟੈਂਸ ਕਦੇ ਵੀ ਨਹੀਂ ਘਟੂਗਾ, ਪੈਰਲਲ ਰਹਿਣਗੀਆਂ, ਕਦੇ ਵੀ ਇੱਕ ਦੂਜੇ ਨੂੰ ਕੱਟ ਨਹੀਂ ਸਕਦੇ ਕਿੱਥੇ ਵੀ ਜਾ। ਠੀਕ ਹੈ, ਮਤਲਬ ਕਿ ਜਿਹੜੀ ਆਹ ਵਾਲੀ ਸਾਈਡ ਹੈ, ਆਹ ਵਾਲੀ ਸਾਈਡ ਹੈ, ਇਹ ਹਮੇਸ਼ਾ ਇਹਦੇ ਇਕੁਅਲ ਹੁੰਦੀ ਹੈ। ਲੌਂਗਰ ਵਾਲੀ ਸਾਈਡ ਲੌਂਗਰ ਦੇ ਇਕੁਅਲ ਹੁੰਦੀ ਹੈ, ਸ਼ੋਰਟਰ ਵਾਲੀ ਸਾਈਡ ਸ਼ੋਰਟਰ ਦੇ ਇਕੁਅਲ ਹੁੰਦੀ ਹੈ। ਆਈ ਗੱਲ ਸਮਝ? ਹੁਣ ਮੈਂ ਗੱਲ ਕਰਦਾ, ਸਾਰਾ ਪਹਿਲਾਂ ਇਹਦੇ ਵਿੱਚ ਆਪਾਂ ਗੱਲ ਕਰਾਂਗੇ, ਇੱਕ ਵਰਡ ਹੁੰਦਾ ਆਪਣਾ ਪੈਰੀਮੀਟਰ। ਕੀ ਹੁੰਦਾ ਪੈਰੀਮੀਟਰ? ਕਿਸੇ ਵੀ ਚੀਜ਼ ਦਾ ਪੈਰੀਮੀਟਰ ਕਰਨਾ ਹੈ। ਪੈਰੀਮੀਟਰ ਦਾ ਕਿਸੇ ਵੀ ਚੀਜ਼ ਦਾ, ਕੋਈ ਵੀ ਸ਼ੇਪ ਲੈ ਕੇ ਆ ਰਹੇ ਹੋ ਤੁਸੀਂ, ਚਾਹੇ ਸਕੁਅਰ ਹੈ, ਚਾਹੇ ਰੈਕਟੈਂਗਲ ਹੈ, ਚਾਹੇ ਟ੍ਰਾਇੰਗਲ ਹੈ, ਕੋਈ ਵੀ ਸ਼ੇਪ ਆ ਗਈ, ਉਹਦਾ ਤੁਸੀਂ ਕੀ ਕਰਨਾ ਹੈ? ਪੈਰੀਮੀਟਰ ਕਰਨਾ। ਤਾਂ ਉਹਦਾ ਮਤਲਬ ਕੀ ਹੈ? ਉਹਦੀ ਬਾਹਰ ਦੀ ਜਿਹੜੀ ਸਾਈਡਸ ਹੈ ਨਾ, ਬਾਉਂਡਰੀ ਹੈ, ਬਾਉਂਡਰੀ ਦਾ ਟੋਟਲ, ਮਤਲਬ ਕਿ ਕੋਈ ਵੀ ਸ਼ੇਪ, ਕਿੰਨੀ ਚੀਜ਼, ਕਿੰਨੇ, ਆਪਾਂ ਮੰਨ ਲਓ ਕੋਈ ਵੀ ਆਪਾਂ ਇਹ ਲਗਾ ਲਓ, ਇੱਕ ਤਾਰ ਦੇ ਨਾਲ ਆਪਾਂ ਕੋਈ ਸਕੁਅਰ ਬਣਾਉਣਾ ਜਾਂ ਰੈਕਟੈਂਗਲ ਬਣਾਉਣਾ, ਇੱਕ ਤਾਰ ਹੈਗੀ ਆਪਣੇ ਕੋਲ, ਪਤਾ ਨਹੀਂ ਕਿੰਨੀ ਲੰਬੀ ਤਾਰ ਹੈਗੀ, ਉਹਦੇ ਨਾਲ ਆਪਾਂ ਇੱਕ ਕੀ ਬਣਾਉਣਾ ਹੈਗਾ? ਰੈਕਟੈਂਗਲ ਬਣਾਉਣਾ ਹੈ। ਤਾਂ ਉਸ ਰੈਕਟੈਂਗਲ ਬਣਾਉਣ ਨੂੰ ਜਿੰਨੀ ਤਾਰ ਲੱਗੀ ਹੈ, ਜਿੰਨੀ ਤਾਰ ਲੱਗੀ ਹੈ, ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ? ਇੱਕ ਤਰ੍ਹਾਂ ਦਾ ਪੈਰੀਮੀਟਰ। ਮਤਲਬ ਕਿ ਉਹਦੀਆਂ ਜਿੰਨੀਆਂ ਸਾਈਡਸ ਹੈਗੀਆਂ, ਉਹਦੀਆਂ ਸਾਈਡਸ ਦਾ ਟੋਟਲ ਕਰ ਲਓ। ਕਿਸੇ ਵੀ ਚੀਜ਼ ਦਾ ਪੈਰੀਮੀਟਰ ਕਰਨਾ ਹੈ ਨਾ, ਉਹਦੀ ਸਾਈਡਸ ਦਾ ਕੀ ਕਰਨਾ? ਆਪਾਂ ਟੋਟਲ ਕਰਨਾ। ਉਹਦੀ ਸਾਈਡਸ ਦਾ ਕੀ ਕਰਨਾ ਹੈ? ਟੋਟਲ ਕਰਨਾ। ਦੇਖੀਏ ਆਪਣੇ ਕੋਲ L ਹੈ, ਆ ਵੀ ਕਿੰਨਾ ਆਪਣੇ ਕੋਲ? ਆ B ਹੈ, ਆ ਵੀ ਮੇਰੇ ਕੋਲ ਕੀ ਹੈਗਾ? ਜਦੋਂ ਆਪਾਂ ਪੈਰੀਮੀਟਰ ਕਰਾਂਗੇ, ਮੈਂ ਕਿਹਾ ਕਿ ਸਾਰੇ ਦੀ ਸਾਰੀ ਸਾਈਡਸ ਦਾ ਕੀ ਹੋਊਗਾ? ਟੋਟਲ ਹੋਊਗਾ। ਫਾਰਮੂਲਾ ਇੱਥੇ ਬਣੂਗਾ, ਫਾਰਮੂਲਾ ਬਣਾ ਕੇ ਦੇਖਦੇ ਆਪਾਂ। ਫਾਰਮੂਲਾ ਕੀ ਆਊਗਾ? ਪੈਰੀਮੀਟਰ ਇਕੁਅਲ ਟੂ L plus B plus L plus बुक से अपन डायरेक्ट नहीं तो अंदर बंदा इस तरीके ना देखते हैं क्यों बंदा है। अपने को L कितनी बार है? 2 बार L। ये B कितनी बार है? 2 B। 2L plus 2B। जो मैं 2 कॉमन काट लूंगा तो क्या दूंगा मेरे को? 2L plus आइए अपन बुक देखते हैं। मतलब कि है कि अपन जो आप सारे दी सारी साइड्स का टोटल काट लेंगे, सारी दी सारी साइड का टोटल काटने लिया वो अपना की होंदा है पैरीमीटर होंदा। कल्ले अंदा नहीं किसी भी शेप का तुसीं पैरीमीटर करना तो उनकी की सारी साइड का टोटल काट लो तो तुम्हारा की आंदा है पैरीमीटर। एक गल दसो, चलो मैं छोटी जी गल बोलना, अपने को कोई भी 2D शेप होंदी है उन्हें तुसीं हाथ ते चक सकदे हो? पक्का चक सकदे हो? नहीं। एक पेपर कोई दे सकदे पेज कैसे फ्लावर होंदी है? आएगा आ हम कोई ना कोई शेप है क्या अपने मैं चक रखता है। ये 2D है कि 3D है? 2D। कौन कह रहा है 2D है, कौन कह रहा है 3D है? 2D वाले हाथ खड़े करो। ये बाकी सारे 3D वाले हैं, ये असल 3D है। क्यों सर? क्योंकि अन्य पेपर ਦੀ ਥੋੜੀ ਥਿਕਨੈਸ ਹੈ। 2D ਸ਼ੇਪ ਨੂੰ ਆਪਾਂ ਹੱਥ 'ਚ ਨਹੀਂ ਚੱਕ ਸਕਦੇ, ਡਰਾ ਕਰ ਸਕਦੇ ਆ ਪਰ ਹੱਥ ਨਹੀਂ ਚੱਕ ਸਕਦੇ। ਪੇਪਰ ਦੀ ਵੀ ਕੁਛ ਨਾ ਕੁਛ ਥਿਕਨੈਸ ਹੈਗੀ ਹੈ, ਥੋੜੀ ਜਿਹੀ ਤਾਂ ਮੋਟਾਈ ਹੈਗੀ ਹੈ, ਤਾਂ ਕਰਕੇ ਆਪਣੀ ਕਿਹਦੇ ਵਿੱਚ ਕਾਊਂਟ ਹੁੰਦੀ ਹੈ? 3D ਦੇ ਵਿੱਚ ਕਾਊਂਟ ਹੁੰਦੀ ਹੈ। 2D ਹੈ, 2D ਨੂੰ ਆਪਾਂ ਕਦੇ ਵੀ ਨਹੀਂ ਹੱਥ 'ਚ ਚੱਕ ਸਕਦੇ। ਜਿਹੜੀ ਵੀ ਚੀਜ਼ ਆਪਾਂ ਹੱਥ 'ਚ ਚੱਕ ਸਕਦੇ ਹਾਂ ਕੀ ਹੈਗੀ ਆਪਣੀ 3D ਹੈ।
ਆ ਗਈ ਹੁਣ ਗੱਲ ਸਮਝ ਹੁਣ ਤਾਂ ਨਹੀਂ ਕਹਿੰਦੇ ਵੀ 2D ਨੂੰ ਆਪਾਂ ਹੱਥ 'ਚ ਚੱਕ ਸਕਦੇ ਹਾਂ 2D ਨੂੰ ਆਪਾਂ ਨਹੀਂ ਹੱਥ 'ਚ ਚੱਕ ਸਕਦੇ ਪਹਿਲਾਂ ਆਪਾਂ ਜਿਹੜੀ ਵੀ ਚੀਜ਼ ਆਪਾਂ ਹੱਥ 'ਚ ਚੱਕਾਂਗੇ ਉਹ ਕੀ ਹੋਊਗੀ 3D ਹੋਊਗੀ ਕਿਉਂਕਿ ਉਹਦੀ ਕੋਈ ਨਾ ਕੋਈ ਮੋਟਾਈ ਹੋਊਗੀ ਪੇਜ ਦੇ ਵਿੱਚ ਥੋੜੀ ਤਾਂ ਹੈਗੀ ਆ ਉਹ 3D ਦੇ ਵਿੱਚ ਕਾਊਂਟ ਹੋਊਗੀ ਤਾਂ ਇਹ ਗੱਲ ਧਿਆਨ ਰੱਖ ਲਿਓ ਅੱਜ ਤੋਂ ਬਾਅਦ ਕੋਈ ਵੀ ਤੁਹਾਨੂੰ ਕਹਿੰਦੇ ਵੇ ਨਾ 2D ਨੂੰ ਤੁਸੀਂ ਹੱਥ 'ਚ ਚੱਕ ਲਓਗੇ ਤੁਸੀਂ ਕਹੋਗੇ ਨਹੀਂ ਚੱਕ ਸਕਦੇ 3D ਨੂੰ ਜਿਹੜੀ ਵੀ ਚੀਜ਼ ਆਪਾਂ ਹੱਥ 'ਚ ਚੱਕਦੇ ਆ ਉਹ ਕੀ ਆਪਣੇ ਵਾਸਤੇ 3D ਸ਼ੇਪ ਹੈ ਠੀਕ ਹੈ ਸਾਰਿਆਂ ਤੋਂ ਪਹਿਲਾਂ ਆਪਾਂ ਨੂੰ ਪਤਾ ਲੱਗਾ ਪੈਰੀਮੀਟਰ ਦਾ ਫਾਰਮੂਲਾ ਕੀ ਸੀਗਾ ਆਪਣਾ ਲਿਖ ਲਓ ਇੱਥੇ ਪੈਰੀਮੀਟਰ ਦਾ ਫਾਰਮੂਲਾ ਹੈਗਾ 2 L plus 2 L plus ਹੁਣ ਗੱਲ ਕਰਦੇ ਆ ਆਪਾਂ ਏਰੀਆ ਦੀ ਏਰੀਆ ਕੀ ਹੁੰਦਾ बीच वाला ਜਿਹੜਾ ਅੰਦ ਦੇ ਵਿੱਚ ਸਾਰਾ ਦਾ ਸਾਰਾ ਪਾਰਟ ਹੈਗਾ ਸਾਰਾ ਦਾ ਸਾਰਾ ਪਾਰਟ ਹੈਗਾ ਇਹ ਕੀ ਹੈਗਾ ਆਪਣਾ ਏਰੀਆ ਕੀ ਹੈਗਾ ਕਿਸੇ ਵੀ ਚੀਜ਼ ਦਾ ਏਰੀਆ ਕਰਨਾ ਹੈ ਤਾਂ ਉਹਦਾ ਅੰਦਰਲਾ ਪਾਰਟ ਹੈ ਜਿਹੜਾ ਸਾਰਾ ਦਾ ਸਾਰਾ ਕਾਊਂਟ ਕਰਨਾ ਕਿੰਨਾ ਹੈਗਾ ਜਿਵੇਂ ਹੁਣ ਆਪਾਂ ਕਮਰੇ ਦੇ ਵਿੱਚ ਬੈਠੇ ਆ ਕਮਰੇ ਦੀ ਕੁਛ ਨਾ ਕੁਛ ਲੰਬਾਈ ਵੀ ਹੋ ਕੋਈ ਚੌੜਾਈ ਵੀ ਹੋਊਗੀ ਆਪਾਂ ਜਿਵੇਂ ਇਹਨੂੰ ਆਪਾਂ ਜਿਵੇਂ ਹੁਣ ਨਾਰਮਲੀ ਆਪਾਂ ਕੋਈ ਪਲਾਟ ਦੇਖਦੇ ਆ ਕੁਛ ਵੀ ਦੇਖਦੇ ਆ ਆਪਾਂ ਕਹਿੰਦੇ ਆ ਨਾ 10 ਬਾਈ 20 ਦਾ ਪਲਾਟ ਹੈ ਆਹੀ ਗੱਲ ਕਹਿੰਦੇ ਆ 10 ਬਾਈ 20 ਦਾ ਪਲਾਟ ਹੈ ਆਪਾਂ ਉਹਦਾ ਏਰੀਆ ਕਿਵੇਂ ਕੱਢਦੇ 10 ਗੁਣਾ 20 ਕਿੰਨਾ ਆਉਂਦਾ ਹੁੰਦਾ 200 ਸਕੁਅਰ ਫੁੱਟ ਆ ਜਾਂਦਾ ਹੈਗਾ ਸਕੁਅਰ ਮਤਲਬ ਕਿ ਉਹਦਾ ਪਾਵਰ ਵੀ ਆਪਣੀ ਕੀ ਆਉਂਦੀ ਗਈ ਹੈ ਸਕੁਅਰ ਆਉਂਦੀ ਹੈ ਠੀਕ ਹੈ ਤਾਂ ਆਪਾਂ ਨੂੰ ਉਹੀ ਚੀਜ਼ ਹੈ ਜਦੋਂ ਆਪਾਂ ਕਿਸੇ ਚੀਜ਼ ਦਾ ਏਰੀਆ ਕੱਢਣਾ ਹੈ ਰੈਕਟੈਂਗਲ ਦਾ ਕੱਢਣਾ ਹੈ ਤਾਂ ਆਪਣਾ ਕੀ ਹੋਊਗਾ L ਗੁਣਾ V ਦੋਵਾਂ ਨੂੰ ਲੰਬਾਈ ਤੇ ਚੌੜਾਈ ਨੂੰ ਕੀ ਕਰਾਂਗੇ ਗੁਣਾ ਕਰਾਂਗੇ ਏਰੀਆ ਦਾ ਫਾਰਮੂਲਾ ਆਊਗਾ L ਗੁਣਾ V ਤੇ ਜਿਹੜਾ ਵੀ ਇਹਦੇ ਪਿੱਛੇ ਆਊਗਾ ਮੀਟਰ ਆਵੇ ਸੈਂਟੀਮੀਟਰ ਆਵੇ ਕਿਲੋਮੀਟਰ ਆਵੇ ਕੁਝ ਵੀ ਆਵੇ ਉਹਦੇ ਉੱਤੇ ਪਾਵਰ ਕੀ ਰਹਿੰਦੀ ਹੈਗੀ ਆ ਪਾਵਰ ਰਹਿੰਦੀ ਹੈ ਸਕੁਅਰ ਕੀ ਰਹਿੰਦੀ ਹੈਗੀ ਆ ਸਕੁਅਰ ਰਹਿੰਦੀ ਹੈ ਜਿਵੇਂ ਹੁਣ ਆ ਗਿਆ ਮੈਨੂੰ L ਦੇ ਰੱਖੀ ਸੀ ਮੰਨ ਲਓ 10 ਤੇ V ਦੇ ਰੱਖੀ ਸੀ 20 ਤੇ ਮੈਂ ਇਹਨਾਂ ਨੂੰ ਮਲਟੀਪਲਾਈ ਕੀਤੀ ਤਾਂ ਇਹਦਾ 200 ਮੀਟਰ ਨਹੀਂ ਆਊਗਾ 200 ਮੀਟਰ ਸਕੁਅਰ ਆਊਗਾ ਇਹ ਗੱਲ ਯਾਦ ਰੱਖਿਓ ਇਹਦੇ ਨਾਲ ਪੈਰੀਮੀਟਰ ਨਾਲ ਸਕੁਅਰ ਨਹੀਂ ਆਵੇਗਾ ਏਰੀਆ ਨਾਲ ਸਕੁਅਰ ਆਊਗਾ ਕਿਹਦੇ ਨਾਲ ਸਕੁਅਰ ਆਊਗਾ ਏਰੀਆ ਨਾਲ ਐਨੀ ਗੱਲ ਸਮਝ ਆਈ ਸਰ ਕਿਸੇ ਨੂੰ ਹਾਲੇ ਤੱਕ ਕੋਈ ਡਾਊਟ ਹੋਵੇ ਕਿਸੇ ਨੂੰ ਹਾਲੇ ਤੱਕ ਕੋਈ ਛੋਟਾ ਜਿਹਾ ਵੀ ਡਾਊਟ ਹੋਵੇ आगे समझ ਹੁਣ ਇੱਕ ਚੀਜ਼ ਹੋਰ ਦੇਖਦੇ ਆ ਇਹਦੇ ਵਿੱਚ ਹੀ ਇੱਕ ਚੀਜ਼ ਆਉਂਦੀ ਹੈ ਤਾਂ ਅੱਜ ਸਾਫ ਕਰਨਾ ਤੇ ਪੂਰੀ ਹੁਣ ਕਈ ਵਾਰ ਆਪਾਂ ਨੂੰ ਇਸ ਤਰ੍ਹਾਂ ਇੰਟਰਸੈਪਟ ਕਰ ਦਿੰਦਾ ਤੇ ਆਪਾਂ ਨੂੰ ਪੁੱਛ ਲੈਂਦਾ ਜਾਂ ਤਾਂ ਇਹਦੀ ਲੈਂਥ ਪੁੱਛ ਲੈਂਦਾ ਜਾਂ ਇਹਦੀ ਪੁੱਛ ਲੈਂਦਾ ਜੋ ਵੀ ਤਾਂ ਇਹਨੂੰ ਆਪਾਂ ਕੀ ਨਾਮ ਦਿੰਦੇ ਹਾਂ ਇਹਨੂੰ ਕਹਿੰਦੇ ਆ ਡਾਇਗੋਨਲ ਕਹਿੰਦੇ ਨੇ ਕੀ ਕਹਿੰਦੇ ਨੇ ਦੋਵਾਂ ਦਾ ਸੇਮ ਹੁੰਦਾ ਡਾਇਗੋਨਲ ਕਹਿੰਦੇ ਨੇ ਜਿਹਨੂੰ ਹਿੰਦੀ ਵਿੱਚ ਕਹਿੰਦੇ ਵਿਕਰਨ ਕਹਿੰਦੇ ਨੇ ਸਾਰਾ ਕੀ ਕਹਿੰਦੇ ਨੇ ਇਹਦੇ ਵਾਸਤੇ ਆਪਾਂ ਇੱਕ ਛੋਟੀ ਜੀ ਆਪਾਂ ਨੂੰ ਪਤਾ ਪਾਇਥਾਗੋਰਸ ਕਰਦੇ ਹੁੰਦੇ ਆਪਾਂ ਪਾਇਥਾਗੋਰਸ ਤੇ ਧਿਆਨ ਦੇਣਾ ਪਹਿਲਾਂ ਆਪਾਂ ਬਾਕੀ ਟ੍ਰਾਇੰਗਲ ਤਾਂ ਆਪਾਂ ਬਾਅਦ ਚ ਕਰਾਂਗੇ ਪਾਇਥਾਗੋਰਸ ਥਿਓਰਮ ਹੈ ਠੀਕ ਹੈ ਇੱਕ ਮੈਨੂੰ ਟ੍ਰਾਇੰਗਲ ਦੇ ਰੱਖਿਆ ਇਹਨੂੰ ਮੈਂ ਕੀ ਕਹਿੰਦਾ ਹੁੰਦਾ ਸੀ ਬੇਸ ਕੀ ਕਹਿੰਦਾ ਹੁੰਦਾ ਸੀ ਬੇਸ B ਦਾ ਨਾਮ ਦਿੱਤਾ ਇਹਨੂੰ ਕੀ ਕਹਿੰਦੇ ਸੀ ਪਰਪੈਂਡੀਕੂਲਰ ਕੀ ਕਹਿੰਦੇ ਹੁੰਦੇ ਸੀ ਪਰਪੈਂਡੀਕੂਲਰ ਇਹਨੂੰ ਕਹਿੰਦੇ ਸੀ ਕੀ ਕਹਿੰਦੇ ਸੀ ਹਾਈਪੋਟੈਨਸ BHP ਆਈ ਚੀਜ਼ ਤੇ ਮੈਂ ਕੀ ਸੀ ਜਦੋਂ ਹੁਣ ਆਪਾਂ ਮੈਨੂੰ ਨਾਮ ਦਿੱਤਾ ABC ABC ਨਾਮ ਦਿੱਤਾ ਜੀ ਆਪਾਂ ਨੂੰ ਕੀ ਕਰਦੇ ਸੀ ਉਹ ਬੇਸ ਦੇ ਦਿੰਦੇ ਸੀ ਜਾਂ ਪਰਪੈਂਡੀਕੂਲਰ ਦੇ ਦਿੰਦੇ ਸੀ ਦਿੰਦੇ ਸੀ ਆਪਾਂ ਹਾਈਪੋਟੈਨਸ ਕਰਦੇ ਸੀ ਕੀ ਫਾਰਮੂਲਾ ਲਾਉਂਦੇ ਸੀ h ਦਾ ਸਕੁਅਰ ਜਿਹਨੂੰ ਆਪਾਂ ਕਹਾਂਗੇ AC ਦਾ ਸਕੁਅਰ ਕਿੰਨਾ ਸਕੁਅਰ ਕਹਾਂਗੇ AC ਦਾ ਉਸੇ ਤਰੀਕੇ ਨਾਲ P ਦਾ ਸਕੁਅਰ ਤੇ B ਦਾ ਮਤਲਬ ਕਿ AB AB ਸਕੁਅਰ BC ਮਤਲਬ ਕਿ h ਸਕੁਅਰ ਕਹਿ ਦੋ ਤੁਸੀਂ ਇਹਨੂੰ P ਸਕੁਅਰ B ਅੱਗੇ ਪਿੱਛੇ ਕੁਝ ਵੀ ਹੋਇਆ ਕੋਈ ਦਿੱਕਤ ਨਹੀਂ ਇਹੀ ਫਾਰਮੂਲਾ ਹੁੰਦਾ ਨਾ ਤਾਂ ਜਦੋਂ ਇਹਨੂੰ ਆਪਾਂ ਨਾਰਮਲਾਈਜ਼ ਕਰਦੇ ਆ AC ਬਰਾਬਰ ਕੀ ਆਉਂਦਾ ਆਪਣੇ ਕੋਲ AB ਦਾ ਸਕੁਅਰ BC ਦਾ ਸਕੁਅਰ ਉਹਦਾ ਕੀ ਆਉਂਦਾ ਸਕੁਅਰ ਰੂਟ ਕੀ ਆਉਂਦਾ ਸਕੁਅਰ ਰੂਟ ਆਹੀ ਕਿਤਾ ਕਰਦੇ ਆਪਾਂ ਬਚਪਨ ਤੋਂ ਕਰਦੇ ਆ ਰਹੇ ਸਕੂਲਾਂ 'ਚ ਆਪਾਂ ਕੀਤਾ ਉਹੀ ਚੀਜ਼ ਹੈਗੀ ਹੈ ਹੁਣ ਦੇਖੋ h ਲਿਖਣਾ ਤਾਂ ਮੈਂ ਇਹਦੀ ਜਗ੍ਹਾ ਤੇ h ਲਿਖ ਸਕਦਾ ਉੱਪਰ ਸਕੁਅਰ ਰੂਟ ਆ ਗਿਆ P ਦਾ ਸਕੁਅਰ ਆਹੀ ਚੀਜ਼ ਹੈਗੀ ਆਪਣੇ ਕੋਲ ਆਹੀ ਚੀਜ਼ ਹੈਗੀ ਹੈ ਹੋਰ ਕੁਛ ਤਾਂ ਨਹੀਂ ਕੀਤਾ ਆਪਾਂ ਬਚਪਨ 'ਚ ਕੀ ਕਰਦੇ ਨੇ ਹੁਣ ਆਹੀ ਚੀਜ਼ਾਂ ਤੇ ਆਪਣੀ ਅਪਲਾਈ ਹੋਣੀ ਆ ਜਿੱਥੇ ਆਪਾਂ h ਲਿਖਣੀ ਆਪਾਂ h ਲਿਖ ਰਹੇ ਆ ਉੱਥੇ ਕੀ ਆ ਜਾਊਗਾ ਆਪਣਾ d ਆ ਜਾਊਗਾ ਡਾਇਗੋਨਲ ਆ ਜਾਊਗਾ
अपना क्या आ जाएगा डी आ जाएगा अपना डी कितने बराबर होगा डी बराबर होगा एल स्क्वायर प्लस बी स्क्वायर बस उत्थे की नाम देता एच पी ते बी ਇੱਥੇ ਕੀ ਨਾਮ ਦੇਤਾ ਡਾਇਗੋਨਲ ਲੈਂਥ ਤੇ ਗੱਲ ਸਾਰੀ ਦੀ ਸਾਰੀ ਇਹ ਸੀ ਆਪਣਾ ਕਿੰਨਾ ਰੈਕਟੈਂਗਲ ਦਾ ਬੇਸਿਕ ਇਹਨੂੰ ਨੋਟ ਕਰ ਲਓ ਜਿੰਨੇ ਆਪਦੇ ਵਧੀਆ ਤਰੀਕੇ ਨਾਲ ਕਰ ਇੱਕ ਇੱਕ ਚੀਜ਼ ਐਕਸਪਲੇਨ ਹੋ ਗਈ ਇਹਦੇ ਵਿੱਚ ਡਾਇਗੋਨਲ ਜਿੰਨਾ ਆਹ ਹੋਊਗਾ ਉਨਾ ਹੀ ਆਹ ਹੋਊਗਾ ਸੇਮ ਹੀ ਹੋਊਗਾ मैं भी समझ रहा था ਤਾਂ ਇੱਕ ਤਾਂ ਏਰੀਆ ਕੱਢਣਾ ਇੱਕ ਐਲੀਮੈਂਟ ਕਰਨਾ ਦੋਵੇਂ ਕੱਢ ਦੋ डायगोनल भी काटी इन्हीं चीज़ों का हो गया सारा देखो पहला करना अपना एरिया एरिया का फॉर्मूला किसी का होने लिखा अपना L गुना लेंथ गुना ब्रेड्थ 10 गुना